ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਕਬੀਰ ਏਕ ਘਰੀ ਆਦਿ ਘਰੀ ਆਦਿ ਹੂੰ ਤੇ ਆਦ। ਭਗਤਨ ਸੇਤੀ ਖੋਸਟੇ ਜੋ ਕੀਨੋ ਸੋ ਲਾਭ। ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜੂਰ। ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮੁੰਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਗੁਰ ਤੇ ਬੂਝੈ ਤ੍ਰਿਭਵਨ ਸੂਝੈ। ਮਨਸਾ ਮਾਰ ਮਨੈ ਸਿਉ ਲੂਝੈ। ਜੋ ਤੁਧ ਸੇਵਹਿ ਸੇ ਤੁਧ ਹੀ ਜੇਹਿ। ਨਿਰਭਉ ਬਾਲ ਸਖਾਈ ਹੈ। ਗੁਰ ਤੇ ਬੂਝੈ ਤ੍ਰਿਭਵਨ ਸੂਝੈ। ਮਨਸਾ ਮਾਰ ਮਨੈ ਸਿਉ ਲੂਝੈ। ਜੋ ਤੁਧ ਸੇਵਹਿ ਸੇ ਤੁਧ ਹੀ ਜੇਹਿ। ਨਿਰਭਉ ਬਾਲ ਸਖਾਈ ਹੈ। ਆਪੇ ਸੁਰਗ ਮਛ ਪਿਆਲਾ ਆਪੇ ਜੋਤ ਸਰੂਪੀ ਬਾਲਾ। ਜਟਾ ਬਿਕਟ ਬਿਕਰਾਲ ਸਰੂਪੀ ਰੂਪ ਨ ਰੇਖਿਆ ਕਾਈ ਹੈ। ਵੇਦ ਕਤੇਬੀ ਭੇਦ ਨ ਜਾਤਾ। ਨਾ ਤਿਸ ਮਾਤ ਪਿਤਾ ਸੁਤ ਭਰਾਤਾ। ਸਗਲੇ ਸੈਲ ਉਪਾਏ ਸਮਾਏ। ਅਲਖ ਨ ਲਖਣਾ ਜਾਈ ਹੈ। ਕਰ ਕਰ ਥਾਕੀ ਮੀਤ ਕਨੇਰੇ।
कोय न काटै अवगुण मेरे। सुर नर नाथ साहिब सबना सिर, भाए मिलै पो जाई है। भूले चूके मार्ग पावै, आप भुलाए तू है समझावै। बिन नावै मैं अबर न दिसै, नावहो गत मित पाई है। भूले चूके मार्ग पावै, आप भुलाए तू है समझावै। बिन नावै मैं अबर न दिसै, नावहो गत मित पाई है। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छतर तख दे मालक, बाणी के बोहित जाहरा जहूर, हाजरा हजूर, सर्व कला समरथ। धन धन साहिब श्री गुरु ग्रंथ साहिब, सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे सत संगी जनों। आप जी बड़ियां भागां वाले हो, जो दशमेश पिता गुरु कलगीधर सतगुरु अमृत के दाते सर्वांश दानी सहबे कमाल। धन धन साहिब श्री गुरु गोबिंद सिंह महाराज जी दे पावन पवित्र अस्थान चरण छो धरती गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कारयोग गुरु घर दे कीर्तनियां पासों श्री आसा जी की वार दे कीर्तन श्रवण कीते हन। सवाओ गुरु सवारियो, समा है जो चल रही लड़ीवार गुरबाणी की कथा मारू राग दे विचों आप संगतां श्रवण करदियां आ रहीआं हन। धन धन साहिब श्री गुरु नानक देव महाराज जी के पावन शब्द 16 दियां विचारां चल रहीआं हन। 1021 अंक ते सतगुरु बख्शिश कर रहे हैं। कल वाली विचार दे विच आप जी ने पहले 3 पदियां की विचार श्रवण की सी, जिहदे विच धन गुरु नानक देव महाराज ने सानू ये उपदेश बख्शिया कि परमात्मा आप ही धरती है, आप ही धौल है, आप ही परमात्मा आकाश है। क्योंकि वो सारियां विच रमिया होया कण कण विच उहदा वासा है ते आप ही सच स्वरूप है। आप ही जीवां दे अंदर शुभ गुणां दा प्रकाश करन वाला है। जिहड़े उहनूं भाउंदे ने चंगे लगदे ने ना, उन्हां दे अंदर फिर परमात्मा शुभ गुण पैदा कर दिंदा है। ये शुभ गुणां दा प्रकाश करन वाला भी वो वाहिगुरू आप है। बहुत सारे संसार विच कोई जति है, कोई सती है, सरे बड़े इत्यादक ने जिन्होंने एक लिबास पहन के अपने आप को जति सती अखवाण लग पे, पर असल विच जिहड़ा अपने जत विच कायम है, सत विच कायम है, जिन्हों संतोख प्राप्त हो गया, पदार्थां दी भुख जिहदे मन विच मिट गई, असल विच संतोखी वो है।
ਤੇ ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਜਤੀ ਵੀ ਆਪ ਹੈ, ਸਤੀ ਵੀ ਆਪ ਹੈ, ਸੰਤੋਖੀ ਵੀ ਆਪ ਹੈ, ਤੇ ਆਪ ਹੀ ਜੀਵਾਂ ਪਾਸੋਂ ਸਾਰੀ ਕਾਰ ਕਮਾਈ ਉਹ ਕਰਾ ਰਿਹਾ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਜਿਸ ਵਾਹਿਗੁਰੂ ਨੇ, ਜਿਹਦੇ ਪਾਸੋਂ ਪਰਮਾਤਮਾ ਨੇ ਕਰਾਉਣਾ ਜੋ ਕਰ ਰਿਹਾ ਹੈ ਹੁਣ ਤੱਕ, ਉਹ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਨੂੰ ਆਪ ਵੇਖ ਰਿਹਾ ਹੈ। ਬਾਰ-ਬਾਰ ਖੇਡ ਰਚ ਰਿਹਾ, ਖੇਡ ਰਚੀ ਹੋਈ ਹੈ। ਇੱਕ ਪਾਸੇ ਚੰਗਿਆਈ ਪੈਦਾ ਕਰ ਦਿੱਤੀ, ਇੱਕ ਪਾਸੇ ਬੁਰਿਆਈ ਪੈਦਾ ਕਰ ਦਿੱਤੀ। ਚੰਗਿਆਈ ਤੇ ਬੁਰਿਆਈ ਦਾ ਫਿਰ ਮੁਕਾਬਲਾ ਹੁੰਦਾ ਹੈ। ਚੰਗਿਆਈਆਂ ਬੁਰਿਆਈਆਂ ਪਾਛੈ ਧਰਮ ਹਦੂਰ। ਚੰਗਿਆਈ ਤੇ ਬੁਰਿਆਈ ਦਾ ਮੁਕਾਬਲਾ ਹੁੰਦਾ। ਇੱਕ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬੁਰਿਆਈ ਚੰਗਿਆਈ ਉੱਤੇ ਹਾਵੀ ਹੋ ਗਈ, ਪਰ ਅਖੀਰ ਤੇ ਜਿਹੜੀ ਜਿੱਤ ਹੈ ਉਹ ਸੱਚਾਈ ਦੀ ਹੁੰਦੀ ਹੈ, ਚੰਗਿਆਈ ਦੀ ਹੁੰਦੀ ਹੈ। ਤੇ ਚੰਗਿਆਈ ਵੀ ਉਹਦੀ ਪੈਦਾ ਕੀਤੀ ਤੇ ਬੁਰਿਆਈ ਵੀ ਉਹਦੀ ਪੈਦਾ ਕੀਤੀ ਹੋਈ ਹੈ। ਉਹ ਵਾਹਿਗੁਰੂ ਦੀ ਇਹ ਖੇਡ ਰਚਾਈ ਹੋਈ ਹੈ, ਉਹਦੀਆਂ ਖੇਡਾਂ ਉਹੀ ਜਾਣਦਾ ਹੈ। ਇਸ ਕਰਕੇ ਉਹ ਵਾਹਿਗੁਰੂ ਆਪ ਪੈਦਾ ਕਰਕੇ ਜੀਵਾਂ ਪਾਸੋਂ ਕਾਰਜ ਕਰਾ ਰਿਹਾ, ਤੇ ਉਹ ਵਾਹਿਗੁਰੂ ਵੇਖ ਰਿਹਾ ਹੈ। ਉਹਦੀ ਲਿਖਤ ਨੂੰ ਜਿਹਨੇ ਕਰਮ ਲਿਖ ਦਿੱਤੇ ਜੀਵ ਦੇ, ਕੋਈ ਕਹਿੰਦੇ ਤੇ ਲੇਖੇ ਜੋਖੇ ਨੂੰ ਮੇਟ ਨਹੀਂ ਸਕਦਾ। ਕਿਸੇ ਵਿੱਚ ਇਹ ਤਾਕਤ ਨਹੀਂ ਹੈ। ਦੁਨਿਆਵੀ ਬਾਦਸ਼ਾਹ ਦਾ, ਰਾਜੇ ਦਾ ਫਰਮਾਨ ਹੋ ਜਾਵੇ, ਕੋਈ ਮਤਾ ਪਾਇਆ ਜਾਵੇ, ਉਹ ਫਰਮਾਨ ਹੋ ਜਾ, ਸਾਰੀ ਲੁਕਾਈ ਮੰਨਦੀ ਹੈ, ਪਰ ਉਹ ਫਿਰ ਵੀ ਮੇਟਿਆ ਜਾ ਸਕਦਾ। ਕੋਈ ਰਾਜਾ ਹੋਰ ਆਵੇਗਾ ਤੇ ਉਹ ਬੈਠ ਜਾਵੇਗਾ, ਪਿਛਲੇ ਸਾਰੇ ਕਾਰਜ ਕਰ ਦਿੰਦਾ ਹੈ। ਪਰ ਪਰਮਾਤਮਾ ਦਾ ਹੁਕਮ ਐਸਾ ਹੈ ਕਿ ਉਹਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ ਹੈ, ਜੋ ਉਹਨੇ ਲਿਖ ਦਿੱਤਾ। ਤੇ ਆਪ ਹੀ ਉਹ ਕਰ ਰਿਹਾ, ਜੀਵਾਂ ਪਾਸੋਂ ਕਰਾ ਰਿਹਾ। ਤੇ ਜਿਹੜੇ ਉਹਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਫਿਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਫਿਰ ਵਡਿਆਈ ਦਿੰਦਾ ਹੈ। ਉਹਨਾਂ ਪਾਸੋਂ ਕੋਈ ਇਹੋ ਜਿਹਾ ਕੰਮ ਕਰਾਉਣਾ ਜਿਹਦੇ ਰਾਹੀਂ ਸੰਸਾਰ ਦੇ ਲੋਕ ਦੀ ਸਿਫਤ ਕਰਨਾ, ਵਡਿਆਈ ਕਰਨ ਲੱਗ ਪੈਣ। ਕਹਿੰਦੇ ਅਸਲ ਵਿੱਚ ਇਹ ਵਡਿਆਈ ਦੇਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਜੀਵ ਦੇ ਅੰਦਰ ਦੀ ਖੇਡ ਦੱਸਦੇ ਨੇ ਕਿ ਜੀਵ ਦੇ ਅੰਦਰ 5 ਚੋਰ ਨੇ। ਮਨ ਚੰਚਲ ਹੈ। ਜੇ ਇਹਨਾਂ 5 ਚੋਰਾਂ ਦੇ 5 ਚੋਰ ਜੀਵ ਦੇ ਅੰਤःਕਰਨ ਲੁੱਟ ਰਹੇ ਨੇ ਨਾਮ ਅੰਮ੍ਰਿਤ ਨੂੰ, ਤੇ ਇਸ ਤਰ੍ਹਾਂ ਇਹ ਅੰਦਰ ਚੱਲ ਰਹੇ ਹਨ, ਬੜਾ ਜ਼ੋਰ ਚਲਾਇਆ ਹੋਇਆ ਹੈ। ਤੇ ਇਹਨਾਂ 5 ਦੇ ਅਧੀਨ ਹੋਰ ਕਰਕੇ ਜਿਹੜੀ ਜੀਵ ਪਰਾਏ ਘਰ ਵੱਲ ਤੱਕਦਾ ਹੈ ਤੇ ਆਪਣੇ ਅੰਤःਕਰਨ ਰੂਪੀ ਘਰ ਨੂੰ ਭਾਲਦਾ ਨਹੀਂ ਹੈ। ਪਰਾਇਆ ਰੂਪ ਤੱਕਣਾ ਇਹ ਤੇ ਯਾਦਕ ਇਹਦੇ ਵਿੱਚ ਲੱਗਿਆ ਹੋਇਆ, ਪਰ ਇਹ ਨਹੀਂ ਖੋਜ ਕੀਤੀ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਅੰਦਰ ਦੀ ਖੋਜ ਨਹੀਂ ਕੀਤੀ। ਕਹਿੰਦੇ ਜਿਸ ਸਰੀਰ ਉੱਤੇ ਤੂੰ ਭਾਈ ਮਾਣ ਕਰਦਾ ਨਾ, ਇਹ ਸਰੀਰ ਕੀ ਹੈ? ਕਾਇਆ ਨਗਰ ਢਹਿ ਢਹਿ ਢੇਰੀ, ਬਿਨ ਸ਼ਬਦੈ ਪਦ ਜਾਈ ਹੈ। ਕਾਇਆ ਕੀ ਹੈ? ਸਰੀਰ ਕੀ ਹੈ? ਇੱਕ ਨਗਰ ਹੈ, ਇੱਕ ਸ਼ਹਿਰ ਹੈ। ਤੇ ਇੱਕ ਦਿਨ ਕਹਿੰਦੇ ਇਹਨੇ ਢਹਿ ਜਾਣਾ, ਢਹਿ ਕੇ ਢੇਰੀ ਹੋ ਜਾਣਾ, ਖਤਮ ਹੋ ਜਾਣਾ ਹੈ। ਕਹਿੰਦੇ ਬਿਨ ਸ਼ਬਦ ਹੈ ਪਤ ਜਾਈ ਹੈ। ਸੱਚ ਜਾਣਿਓ ਐ ਜੀਵ, ਜੇ ਤੂੰ ਸ਼ਬਦ ਨਾਲ ਜੁੜਿਆ ਰਿਹਾ, ਸ਼ਬਦ ਤੋਂ ਬਿਨਾਂ ਫਿਰ ਤਾਂ ਠੀਕ ਹੈ, ਨਹੀਂ ਸ਼ਬਦ ਤੋਂ ਬਿਨਾਂ ਤੇਰੀ ਪਤ ਇੱਜ਼ਤ ਸਾਰੀ ਚਲੇ ਜਾਵੇਗੀ। ਤੂੰ ਇਸ ਤਰ੍ਹਾਂ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਹੀ ਪਿਆ ਰਹੇਗਾ। ਜੇ ਮੁਕਤ ਹੋਣਾ ਚਾਹੁੰਦਾ ਏ, ਫਿਰ ਤੂੰ ਗੁਰੂ ਦੇ ਸ਼ਬਦ ਨਾਲ ਜੁੜ, ਗੁਰੂ ਦੇ ਸ਼ਬਦ ਦੀ ਵਿਚਾਰ ਕਰ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵਿੱਚ ਸਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਜੀ ਅਗਲੇ ਪਦੇ ਵਿੱਚ, ਅਗਲੇ ਬੰਦ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰਦੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ
श्री वाहिगुरु साहिब जी। गुर ते बूझै त्रिभवन सूझै, मनसा मार मनै स्यों लूझै। जिस वक्त धन गुरु नानक देव महाराज ने ये पावन उपदेश बख्शिया कि भाई शरीर एक काया है, एक दिन ये ढह ढेरी हो जानी है। जिहड़ा शब्द दे राही शब्द नाल जुड़ गया उन्होंने पत इज्जत प्राप्त होवेगी। ते परमात्मा दे स्वरूप बाबत सतगुरु ने सब कुछ बयान किया। फिर सवाल किया गुरु नानक साहब महाराज नूं जग्यासू जना ने कि पातशाह जी कृपा करके दसो, जिहड़ा जिस परमेश्वर दे बाबत आप जी दसदे हो जो कुछ हो रहा उस मालक दे हुक्म विच हो रहा, ते सतगुरु जी ऐसे परमेश्वर नूं किवें वेखिया जा सकदा। हालांकि परमेश्वर नूं महसूस किया जा सकता है, परमात्मा का कोई स्वरूप नहीं है, क्योंकि न रागे न रंगे न रूपे न रेखे, अकर्मं अभरमं अगंजे अलेखे। कलगीधर पातशाह महाराज के बचन ने। गुरु अर्जन देव महाराज बचन करते हैं, रूप न रेख न रंग किश, त्रिह गुण ते प्रभ भिन्न, तिस है बुझाए नानका जिस होवै सो प्रसन्न। तिना गुणों तो भिन्न है, रजगुण तम गुण सतगुण कही है, ये तेरी सा माया उहदी पैदा की हुई है। पर गुरु सवारे है ये तो फिर भी निर्लेप है। परमात्मा नूं महसूस किया जा सकता जे आपां सरगुण स्वरूप का ध्यान धारण करिए। सरगुण स्वरूप सानूं किसी न किसी रूप च परमात्मा के दीदार होणगे, पर निर्गुण स्वरूप के गुरु सारे दीदार नहीं हो सकते, उन्होंने महसूस किया जा सकता है। बाकी निर्गुण ते सरगुण वाहिगुरु आप है। गुरबाणी कहती है, गुरु ग्रंथ साहब महाराज बचन करते हैं कि निर्गुण आप सरगुण भी ओही, कला धार जिन सगली मोही। निर्गुण भी आप है तो सरगुण भी आप है। तो इस तरह गुरु सवारियो वो फिर ऐसे वाहिगुरु नूं किवें बूझिया जा, जाणिया किवें जा सकता। सतगुरु कहते गुरु वाले बन के जे गुरु दे लड़ लगांगे, गुरु दे उपदेश नूं कमावांगे ते गुर ते बूझै। गुरु पासों जाणिया जा सकदा। जिस परमात्मा नूं थावां थावां ते लभदे फिरदे ने ना, कहंदे ऐ सिक्खा तेरे अंदर इहो जिहा चानना होना, इहो जिहा प्रकाश होना जिहदे राहीं तैनूं तिन त्रिभवन सूझै। त्रिभवन किहड़े ने? तीन लोक, मात लोक, स्वर्ग लोक, पताल लोक, ये तीन लोक मन्ने गए ने। कहते ने जिन्ना भव कहना जिन्ना संसार जिन्ने लोक ने, तिन्ना भवनां दे विच तैनूं वो परमात्मा ही सुझेगा, परमात्मा ही दिखाई देवेगा। गल की है कि गुरु ने तैनूं ज्ञान बख्शिश करना। जो तक गुरु वाला नहीं बनता उदों तक तैनूं तेरे नाल एक खेड़ नहीं वरत सकती है। ताइयों सतगुरु कहते ने गुर बिन घोर अंधार, गुरु बिन समझ न आवै, गुर बिन सुरत न सिद्ध, गुरु बिन मुक्त न पावै। पर नाल सतगुरु भी कहते ने ऐसा गुरु पूर्ण गुरु गुरु से मिलना ये बड़ियां भागां की निशानी होंदी है। साडे चंगे भाग ने कि आपां गुरु ग्रंथ साहब महाराज दे लड़ लगे हैं, गुरु ग्रंथ साहब महाराज हजूरी विच बैठे हैं, सतगुरु नमस्कार करते हैं। बहुत सारे गुरमुख प्यारे इहो ਜਿਹੇ भी हैं ਜਿਹੜੇ ਘਰਾਂ ਵਿੱਚ सहज पाठ करते हैं, जिन्हां उत्ते गुरु की बड़ी बख्शिश है। जिन्हां एक ओंकार तो लैके 18 10 20 तक 1430 अंगां दे दर्शन दिदारे कीते ने, बहुत सारे ने, बड़ी बख्शिश है। तो गुरु सवारियो गुरु ग्रंथ साहब महाराज तो बड़ा कोई गुरु नहीं है। सतगुरु सारे संसार के गुरु ने, क्योंकि सर्व सांझी वालता का उपदेश है सारिਆਂ ਨੂੰ। इस करके संसार दे च बड़े कच्चे पेले गुरु तुरे फिरदे ने
ਕਈ ਇਹੋ ਜਿਹੇ ਸ਼ਰਾਰਤੀ ਅਨਸਰ ਵੀ ਹਨ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਾਰਾ ਲੈ ਕੇ ਤੇ ਪੂਜਾ ਆਪਣੀ ਕਰਵਾ ਰਹੇ ਹਨ। ਇਹੋ ਜਿਹਾ ਸੁਚੇਤ ਹੋਣਾ ਕਰੋ। ਸਾਡਾ ਗੁਰੂ ਹੈ ਸ਼ਬਦ, ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਨੇ ਆਖ ਦਿੱਤਾ ਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨ। ਸ਼ਬਦ ਤੋਂ ਬਿਨਾਂ ਸਾਰਾ ਜਗਤ ਝੱਲਾ ਹੈ, ਬੋਰਾ ਹੈ। ਇਸ ਕਰਕੇ ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਪਰਮੇਸ਼ਰ ਹੈ, ਸ਼ਬਦ ਹੀ ਸਾਡਾ ਗੁਰੂ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੱਗਣਾ ਹੈ। ਤੇ ਤਿੰਨਾਂ ਭਵਨਾਂ ਦੀ ਸੋਝੀ ਕਰਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬਾਨ ਜੀ ਹਨ। ਕਿਵੇਂ ਸੋਝੀ ਆਉਂਦੀ ਹੈ? ਕਿਉਂਕਿ ਜਿਹੜੇ ਨੇਤਰਾਂ ਨਾਲ ਅਸੀਂ ਦੇਖ ਰਹੇ ਹਾਂ, ਇਹ ਨੇਤਰ ਨਹੀਂ ਹਨ। ਇਹਨਾਂ ਨੇਤਰਾਂ ਦੇ ਤਿੰਨਾਂ ਲੋਕਾਂ ਦੀ ਸਾਨੂੰ ਸੋਝੀ ਨਹੀਂ ਹੋ ਸਕਦੀ। ਦੇਖੋ, ਜੇ ਆਪਾਂ ਇਹਨਾਂ ਨੇਤਰਾਂ ਦੀ ਗੱਲ ਕਰੀਏ ਤੇ ਸੰਸਾਰ ਵਿੱਚ ਬਹੁਤ ਸਾਰੇ ਮਨੁੱਖ ਮਨਾਖੇ ਨੇ ਜਿਨ੍ਹਾਂ ਨੂੰ ਗੁਰਮਤਿ ਸੂਰਮੇ ਸਿੰਘ ਆਖਿਆ ਜਾਂਦਾ ਹੈ। ਨਿਹੰਗ ਸਿੰਘਾਂ ਦੇ ਬੋਲ ਵਾਲੇ ਨੇ ਸੂਰਮਾ ਸਿੰਘ, ਕਿਉਂਕਿ ਜਦੋਂ ਸੱਤ ਸਿੰਘਾਂ ਦੇ ਸਮੇਂ ਜਦੋਂ ਇਹਨਾਂ ਸਿੰਘਾਂ ਦੇ ਨਾਮ ਰੱਖੇ, ਸੂਰਮਾ ਸਿੰਘ ਨਾਮ ਰੱਖਿਆ ਹੁੰਦਾ ਸੀ ਅੰਧਲੇ ਮਨੁੱਖ ਦਾ, ਤੇ ਦੁਸ਼ਮਣਾਂ ਨੂੰ ਡਰ ਪੈ ਜਾਂਦਾ ਸੀ। ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਕਿ ਦੇਖੋ ਉਹ ਦੇਖੋ ਸੂਰਮਾ ਸਿੰਘ ਆ ਰਿਹਾ। ਦੁਸ਼ਮਣ ਦਾ ਡਰ ਜਾਂਦਾ ਸੀ, ਪਤਾ ਨਹੀਂ ਕਿੱਡਾ ਕੋਈ ਵੱਡਾ ਸੂਰਮਾ ਹੋਵੇਗਾ, ਅਤੇ ਉਹਨਾਂ ਦੇ ਅੰਦਰ ਖੌਫ ਪੈਦਾ, ਡਰ ਪੈਦਾ ਹੋ ਜਾਣਾ। ਅਤੇ ਇਹ ਨਿਹੰਗ ਸਿੰਘਾਂ ਦੇ ਨਾਮ ਰੱਖੇ ਹੋਏ ਨੇ। ਅਤੇ ਗੁਰੂ ਸਵਾਰੇ ਹੁਣ ਸੂਰਮਾ ਸਿੰਘ ਹੈ। ਸੂਰਮਿਆਂ ਨੂੰ ਜਿੱਥੇ ਬੜਾ ਗਿਆਨ ਹੁੰਦਾ, ਬੜੀ ਵਿੱਦਿਆ ਨੂੰ ਪ੍ਰਾਪਤ ਹੁੰਦੀ ਹੈ। ਆਪਾਂ ਦੇਖਦੇ ਹਾਂ ਬਹੁਤ ਸਾਰੇ ਗੁਰਮਤਿ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਸੂਰਮੇ ਸਿੰਘ ਨੇ ਜਿਨ੍ਹਾਂ ਜਿਹੜੇ ਵੱਡੇ ਵੱਡੇ ਉਸਤਾਦ ਰਹੇ ਨੇ। ਤਬਲੇ ਦੇ ਉਸਤਾਦ, ਇਸੇ ਤਰ੍ਹਾਂ ਹਾਰਮੋਨੀਅਮ ਦੇ ਉਸਤਾਦ, ਜਿਹਨਾਂ ਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਕੰਠ ਹੈ। ਬਾਣੀ ਜ਼ਬਾਨੀ ਕੰਠ ਹੈ, ਇਹਦਾ ਮਤਲਬ ਕੀ ਹੈ ਕਿ ਨੇਤਰਾਂ ਦੀ ਲਾਈਟ ਹੈ ਨਹੀਂ, ਦੇਖ ਕੇ ਪੜ੍ਹ ਨਹੀਂ ਸਕਦੇ ਹਨ, ਪਰ ਅੰਦਰ ਇੰਨੀ ਬਾਣੀ ਕੰਠ ਕਿ ਜ਼ਬਾਨੀ ਸੁਣਾ ਦਿੰਦੇ ਨੇ। ਉਹ ਕਾਰਨ ਕੀ ਹੈ? ਕਿਉਂਕਿ ਉਹਨਾਂ ਦੀ ਜਿਹੜੀ ਅੰਦਰ ਦਾ ਗਿਆਨ, ਉਹਨਾਂ ਨੂੰ ਅਨੁਭਵ ਅੰਦਰੋਂ ਪ੍ਰਾਪਤ ਹੋਇਆ। ਅਸੀਂ ਸੰਸਾਰੀ ਨੇਤਰਾਂ ਰਾਹੀਂ ਬਾਣੀ ਪੜ੍ਹੀ, ਬਾਣੀ ਸੁਣੀ ਕੰਨਾਂ ਦੇ ਰਾਹੀਂ, ਅਤੇ ਪੜ੍ਹ ਕੇ ਆਪਾਂ ਯਾਦ ਕਰ ਲਈ, ਪਰ ਸਾਨੂੰ ਅੰਦਰਲਾ ਅਨੁਭਵ ਪ੍ਰਾਪਤ ਨਹੀਂ ਹੋਇਆ। ਕਾਰਨ ਕੀ ਹੈ? ਕਿਉਂਕਿ ਅਸੀਂ ਸ਼ਬਦ ਦੀ ਵਿਚਾਰ ਨਹੀਂ ਕੀਤੀ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ, ਵਿਚਾਰ ਦੇ ਰਾਹੀਂ ਆਪਣੇ ਮਨ ਨੂੰ ਢਾਲਦੇ ਨਹੀਂ, ਉਹ ਤਾਂ ਗੁਰੂ ਸਵਾਰੇ ਸਾਡੇ ਉੱਤੇ ਮਾਲਕ ਦੀ ਬਖਸ਼ਿਸ਼ ਨਹੀਂ ਹੋਣੀ। ਬਾਣੀ ਪੜ੍ਹੋ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬਾਣੀ ਪੜ੍ਹਨੀ ਛੱਡ ਦੇਣੀ ਹੈ। ਕਈ ਵਾਰੀ ਇਸ ਤਰ੍ਹਾਂ ਸੁਣ ਕੇ, ਜਿਵੇਂ ਇੱਕ ਮੌਲਵੀ ਨੇ ਕਹਿੰਦੇ ਨੇ ਆਖਿਆ, ਮੌਲਵੀ ਕਾਜੀ ਜਿਹੜਾ ਸੀ ਉਹ ਨਵਾਜ਼ ਅਦਾ ਕਰ ਰਿਹਾ, ਨਾਲ ਉਹਦੇ ਹੋਰ ਸਾਰੇ ਮੁਸਲਮਾਨ ਵੀਰ ਵੀ ਗਏ। ਉਹਨੇ ਬੁਲੰਦ ਆਵਾਜ਼ ਵਿੱਚ ਆਖਿਆ, ਕਹਿਣ ਲੱਗੇ ਨਵਾਜ਼ ਅਦਾ ਨਹੀਂ ਕਰਨੀ, ਨਵਾਜ਼ ਅਦਾ ਨਹੀਂ ਕਰਨੀ। ਹੁਣ ਮੌਲਵੀ ਦਾ ਮੁੱਖ ਮੌਲਵੀ ਸੀ, ਅਤੇ ਕਾਜੀ ਦੇ ਇਹ ਬੋਲ ਸੁਣ ਕੇ ਬਹੁਤ ਸਾਰੇ ਜਿਹੜੇ ਮੁਸਲਮਾਨ ਵੀਰ ਸੀ ਉਹ ਨਵਾਜ਼ ਅਦਾ ਕਰਨੋਂ ਹਟ ਗਏ, ਪੜ੍ਹਨੋਂ ਹਟ ਗਏ। 5 ਸਮੇਂ ਦੀ ਨਵਾਜ਼ ਮੁਸਲਮਾਨ ਵੀਰਾਂ ਦੀ ਹੈ, ਨਵਾਜ਼ ਅਦਾ ਕਰਨੋਂ ਹਟ ਗਏ। ਕੁਝ ਦਿਨ ਬਤੀਤ ਹੋਏ, 15 ਦਿਨ, 20 ਦਿਨ, ਮਹੀਨਾ ਬਤੀਤ ਹੋਇਆ। ਉਸ ਕਾਜੀ ਨੇ ਸੋਚਿਆ, ਮੌਲਵੀ ਨੇ, ਕਿ ਜਦੋਂ ਅਸੀਂ ਅੱਗੇ ਨਵਾਜ਼ ਅਦਾ ਕਰਦੇ ਹੁੰਦੇ ਸੀ, ਇਹ ਸਾਰੇ ਮੁਸਲਮਾਨ ਵੀਰ ਜਿਹੜੇ ਮੇਰੇ ਨਾਲ ਦੇ ਨੇ, ਇਹ ਮੇਰੇ ਨਾਲ ਆਉਂਦੇ ਹੁੰਦੇ ਸੀ, ਅਤੇ ਮਸਜਿਦ ਵਿੱਚ ਬੈਠ ਕੇ ਇਹਨਾਂ ਨੇ ਫਿਰ ਨਵਾਜ਼ ਅਦਾ ਕਰਨੀ, ਅਤੇ ਹੁਣ ਕਿਉਂ ਨਹੀਂ ਆਉਂਦੇ? ਕਹਿੰਦੇ ਨੇ ਉਹਨੇ ਫਿਰ ਇੱਕ ਦਿਨ ਸਵਾਲ ਕੀਤਾ, ਕਹਿਣ ਲੱਗਾ, ਭਰਾਵੋ ਇੱਕ ਗੱਲ ਦੱਸੋ, ਤੁਸੀਂ ਨਵਾਜ਼ ਅਦਾ ਕਰਨ ਕਿਉਂ ਨਹੀਂ ਆਉਂਦੇ? ਅਤੇ ਸਾਰੇ ਕਹਿਣ ਲੱਗੇ, ਮੌਲਵੀ ਜੀ ਕੀ ਗੱਲਾਂ ਕਰਦੇ ਤੁਸੀਂ? ਤੁਸੀਂ ਆਖਿਆ ਕਿ ਨਵਾਜ਼ ਅਦਾ ਨਹੀਂ ਕਰਨੀ, ਅਸੀਂ ਹਟ ਗਏ। ਉਹ ਕਹਿਣ ਲੱਗੇ, ਤੁਸੀਂ ਮੇਰੇ ਪਹਿਲੇ ਬੋਲ ਸੁਣ ਲਏ ਕਿ ਨਵਾਜ਼ ਅਦਾ ਨਹੀਂ ਕਰਨੀ, ਜਿਹੜਾ ਦੂਜਾ ਬੋਲ ਮੈਂ ਆਪਣੇ ਮੁੱਖੋਂ ਬਚਨ ਕੀਤਾ ਸੀ ਉਹ ਸੁਣਨਾ ਨਹੀਂ ਕੀਤਾ।
ਕਹਿਣ ਲੱਗੇ ਦੂਜਾ ਤੁਸੀਂ ਕੀ ਆਖਿਆ ਸੀ? ਕਹਿਣ ਲੱਗੇ ਮੈਂ ਆਖਿਆ ਸੀ ਨਵਾਜ਼ ਅਦਾ ਨਹੀਂ ਕਰਨੀ, ਮਨ ਕਰਕੇ ਅਦਾ ਕਰਨੀ ਹੈ, ਮਨ ਕਰਕੇ ਅਦਾ ਕਰਨੀ ਹੈ। ਕਹਿੰਦੇ ਉਹ ਤਾਂ ਤੁਸੀਂ ਗੱਲ ਮੰਨੀ ਨਹੀਂ ਹੈ, ਜਿਹੜੀ ਆਪਾਂ ਆਖਿਆ ਕਿ ਨਵਾਜ਼ ਅਦਾ ਨਹੀਂ, ਕਿ ਭਾਈ ਮਨ ਕਰਕੇ ਕਰਨੀ ਹੈ। ਕਹਿੰਦੇ ਉਹ ਮਨ ਵਾਲੀ ਗੱਲ ਦੂਜੀ ਮੰਨ ਗਏ। ਇਹ ਸਾਡੀ ਆਦਤ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ, ਕਹਿੰਦੇ ਬਾਰ-ਬਾਰ ਨਿਤਨੇਮ ਕਰਨ ਦਾ ਕੀ ਫਾਇਦਾ। ਕਈ ਕੋਈ ਮਨਮੁੱਖ ਜੀਵ ਕਹਿ ਦੇਵੇ ਸਾਨੂੰ ਕਿ ਰੋਜ਼ਾਨਾ ਜਪਜੀ ਸਾਹਿਬ ਪਾਠ ਪੜ੍ਹੀ ਜੇ, ਨਿਤਨੇਮ ਕੀ ਫਾਇਦਾ ਕਰਨ ਦਾ। ਅਤੇ ਕਈ ਵਾਰੀ ਸਾਡੇ ਭਰਾ ਇਸ ਤਰ੍ਹਾਂ ਸੁਣ ਕੇ ਨਾ ਦੂਜੇ ਪਾਸੋਂ ਉਹ ਨਿਤਨੇਮ ਕਰਨਾ ਛੱਡ ਦਿੰਦੇ, ਬਾਣੀ ਪੜ੍ਹਨੀ ਛੱਡ ਦਿੰਦੇ ਨੇ। ਨਹੀਂ ਗੁਰੂ ਸਵਾਰਿਓ, ਜਿੰਨੀ ਆਪਾਂ ਬਾਣੀ ਪੜ੍ਹਾਂਗੇ ਸਾਡੇ ਲਈ ਉਹ ਥੋੜ੍ਹੀ ਹੈ। ਹੁਣ ਦੇਖੋ ਜਾਪ ਸਾਹਿਬ ਦੇ ਆਪਾਂ ਪਾਠ ਕਰਦੇ ਹਾਂ, ਸਾਡੀ ਨਿਤਨੇਮ ਦੀ ਦੂਜੀ ਬਾਣੀ ਹੈ। ਜਾਪ ਸਾਹਿਬ ਦੇ ਬਹੁਤ ਤਾਦਾਦ ਵਿੱਚ ਸੰਗਤਾਂ ਜਿੰਨੇ ਵੀ ਪੜ੍ਹਦੇ ਹਾਂ ਆਪਾਂ, ਅਤੇ 99% ਸਾਨੂੰ ਅਰਥਾਂ ਦਾ ਪਤਾ ਨਹੀਂ ਲੱਗਦਾ। ਮਹਿੰਗੀ ਬਾਣੀ ਹੈ, ਪਰ ਜਿਹੜੇ ਭਾਵਨਾ ਵਾਲੇ ਨੇ ਨਾ, ਭਾਵਨਾ ਵਾਲੇ ਉਹ ਜਾਪ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਨੇ ਅਤੇ ਉਹ 199 ਪੌੜੀਆਂ ਆਉਂਦੀਆਂ ਨੇ। ਉਹ ਬਾਰ-ਬਾਰ ਜਦੋਂ ਆਉਂਦਾ ਨਾ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਵੀ ਅਰਥ ਕੀ ਨੇ, ਪਰ ਸਾਨੂੰ ਇੰਨਾ ਪਤਾ ਹੈ ਕਿ ਜਾਪ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਾਰ-ਬਾਰ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ, ਅਤੇ ਆਪਾਂ ਪੜ੍ਹਦੇ ਹਾਂ ਸਾਥੀ, ਸਾਨੂੰ ਇਹ ਹੁੰਦਾ ਕਿ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰ ਰਹੇ ਹਾਂ। ਇਹ ਭਾਵਨਾ ਗੁਰੂ ਸਵਾਰ, ਜਦੋਂ ਆਪਾਂ ਭਾਵਨਾ ਰੱਖ ਕੇ ਪੜ੍ਹੀਏ ਅਤੇ ਉਦੋਂ ਫਿਰ ਪਤਾ ਨਹੀਂ ਸਾਨੂੰ ਕਿੰਨੀਆਂ ਖੁਸ਼ੀਆਂ ਸਤਿਗੁਰ ਦੇ ਦਰ ਤੋਂ ਮਿਲ ਜਾਣੀਆਂ। ਪਰ ਸਾਡੀ ਹਾਲਤ ਪਤਾ ਕੈਸੇ ਹੁੰਦੀ ਹੈ, ਅਤੇ ਮਾਫ਼ ਕਰਨਾ, ਘਰਾਂ ਦੇ ਵਿੱਚ ਬੀਬੀਆਂ ਘਰ ਦਾ ਕੰਮ ਕਰਦੀਆਂ ਨੇ, ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕਰ ਦਿੱਤਾ, ਗੈਸ ਉੱਤੇ ਦੁੱਧ ਰੱਖ ਦਿੱਤਾ ਜਾਂ ਕੋਈ ਸਬਜ਼ੀ ਵੀ ਇਤਿਆਦਿਕ ਬਣ ਰਹੀ ਹੈ, ਅਤੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਮਨ 'ਚ ਵਿਚਾਰ ਆਈ ਕਿ ਪਤਾ ਨਹੀਂ ਗੈਸ ਬੰਦ ਕੀਤੀ ਕਿ ਨਹੀਂ ਕੀਤੀ ਹੈ, ਸਬਜ਼ੀ ਮੇਰੀ ਜਿਹੜੀ ਥੱਲੇ ਨਾ ਲੱਗ ਜਾਵੇ, ਸੜ ਨਾ ਜਾਵੇ। ਅਤੇ ਉੱਧਰ ਧਿਆਨ ਸਾਡਾ ਜਾਂ ਪਹਿਲਾਂ ਜਿੱਥੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਦੋਂ ਛੱਡ ਦਿਓ, ਕੰਮ ਆਪਣਾ ਨਿਬੇੜ ਕੇ ਛੇਤੀ ਛੇਤੀ ਫਿਰ ਬਾਅਦ ਵਿੱਚ ਤਸੱਲੀ ਨਾਲ ਪਿਆਰ ਨਾਲ ਪੜ੍ਹਨਾ ਕਰੋ। ਜਿੰਨੀ ਅਸੀਂ ਪਿਆਰ ਨਾਲ ਬਾਣੀ ਪੜ੍ਹਾਂਗੇ ਨਾ, ਉਨੀਆਂ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਨਸੀਬ ਹੋ ਜਾਣੀਆਂ ਨੇ। ਪਿਆਰ ਦੇ ਨਾਲ ਬਾਣੀ ਪੜ੍ਹੋ। ਸਤਿਗੁਰੂ ਕਹਿੰਦੇ ਨੇ ਨਾ, ਸਤਿਗੁਰੂ ਦੇ ਬਚਨ ਨੇ ਕਿ ਹਰਿ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਸਹਿਜ ਵਾਲੀ ਅਵਸਥਾ, ਆਤਮ ਅਡੋਲਤਾ ਵਾਲੀ ਅਵਸਥਾ, ਮਨ ਨੂੰ ਡਿੱਗਣ ਨਹੀਂ ਦੇਣਾ, ਕੋਸ਼ਿਸ਼ ਕਰਨੀ। ਮਨ, ਹਾਲਾਂਕਿ ਮਨ ਸੌਖਿਆ ਕਾਬੂ ਨਹੀਂ ਆਉਂਦਾ। ਇਹ ਨਹੀਂ ਕਿ ਆਪਾਂ ਇੱਕ ਦਿਨ 2 ਦਿਨ ਕਰ ਲਿਆ, ਮਹੀਨਾ ਕਰ ਲਿਆ ਕਿ ਮਨ ਨਿਰਾਸ਼ ਹੋ ਕੇ ਬੈਠ ਗਏ। ਮਨ ਨੂੰ ਕਾਬੂ ਕਰਨ ਦੇ ਲਈ ਵੱਡੇ ਵੱਡੇ ਤਪੱਸਵੀਆਂ ਦੀਆਂ ਗੁਰੂ ਸਾਰੀ ਉਮਰ ਲੰਘ ਗਈ, ਫਿਰ ਵੀ ਮਨ ਕਾਬੂ ਨਹੀਂ ਆਇਆ। ਮਨ ਵੀ ਤਾਂ ਹੀ ਵਸ ਵਿੱਚ ਆਉਣਾ ਜਦੋਂ ਗੁਰੂ ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਫਿਰ ਗੁਰੂ ਸਰੇ ਮਨ ਸਾਡਾ ਵਸ ਵਿੱਚ ਆ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਚਾਹੁੰਦਾ ਨਾ ਤਿੰਨਾਂ ਭਵਨਾਂ ਦੀ ਸੋਝੀ ਲੈਣ ਵਾਸਤੇ, ਤਿੰਨਾਂ ਭਵਨਾਂ ਦਾ ਜਿਹੜਾ ਮਾਲਕ ਦੇ ਦੀਦਾਰ ਕਰਨੇ ਚਾਹੁੰਦਾ, ਕਹਿੰਦੇ ਇਹ ਤੈਨੂੰ ਗਿਆਨ ਗੁਰ ਤੇ ਬੁੱਝ ਹੈ, ਗੁਰੂ ਪਾਸੋਂ ਜਾਣਿਆ ਜਾਵੇਗਾ। ਫਿਰ ਤੇਰੇ ਭਵਨ ਸੁੱਝੈ, ਫਿਰ ਤੈਨੂੰ ਗੁਰੂ ਨੇ ਐਸੀ ਸ਼ਕਤੀ ਬਖਸ਼ਣੀ, ਐਸੀ ਕਲਾ ਸਿਖਾਣੀ, ਜੁਗਤੀ ਸਿਖਾਣੀ, ਜਿਹਦੇ ਰਾਹੀਂ ਤੂੰ ਤਿੰਨਾਂ ਭਵਨਾਂ ਦੇ ਮਾਲਕ ਨੂੰ ਦੇਖ ਲੈ, ਸਾਰੀਆਂ ਥਾਵਾਂ 'ਤੇ ਉਸ ਵਾਹਿਗੁਰੂ ਦੇ ਦੀਦਾਰ ਕਰੇਗਾ। ਫਿਰ ਸਤਿਗੁਰੂ ਦੇ ਹੋਰ ਕੰਮ ਕਰਨਾ। ਕੀ ਕਰਨਾ? ਕਹਿੰਦੇ ਮਨਸਾ ਮਾਰ ਮਨੈ ਸਿ ਲੁੱਝੈ। ਕਹਿੰਦੇ ਆਪਣੇ ਮਨ ਦੀਆਂ ਮਨਸਾਂ ਨੂੰ ਮਾਰ ਕੇ, ਸੰਕਲਪਾਂ ਵਿਕਲਪਾਂ ਨੂੰ ਮਾਰ ਕੇ, ਮਨ ਨੂੰ ਕੰਟਰੋਲ ਕਰਕੇ, ਇਸੇ ਮਨ ਦੇ ਰਾਹੀਂ ਮਨੈ ਸਿ ਲੁੱਝੈ, ਉਹ ਮਨ ਦੇ ਨਾਲ ਲੁੱਝਿਆ ਰਹਿੰਦਾ, ਭਾਵ ਮਨ ਦੇ ਨਾਲ ਸੰਘਰਸ਼ ਕਰਦਾ। ਮਨ ਵਾਰ-ਵਾਰ ਬਾਹਰ ਨੂੰ ਭੱਜਦਾ, ਉਹ ਫਿਰ ਰੋਕਦਾ, ਮਨ ਫਿਰ ਭੱਜਦਾ, ਫਿਰ ਸ਼ਬਦ ਦਾ ਟੇਕ ਸਹਾਰਾ ਲੈ ਕੇ ਰੋਕਦਾ।
ਤੇ ਇੰਜ ਗੁਰੂ ਸਵਾਰੇ ਮਨ ਦੇ ਨਲੁੱਝਿਆ ਰਹਿੰਦਾ, ਪਰ ਮਨ ਦੇ ਨਾਲ ਮੁਕਾਬਲਾ ਕਰਦਾ। ਫਿਰ ਇੱਕ ਦਿਨ ਸਮਾਂ ਇਹੋ ਜਿਹਾ ਆਉਂਦਾ ਕਿ ਉਹ ਜੀਵ ਫਿਰ ਮਨ ਉੱਤੇ ਕਾਬੂ ਕਰ ਲੈਂਦਾ, ਮਨ ਹੱਕ ਕੇ ਹਾਰ ਕੇ ਬੈਠ ਜਾਂਦਾ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਫਿਰ ਉਸ ਪਿਆਰੇ ਦੀ ਅਵਸਥਾ ਹੋ ਜਾਂਦੀ ਹੈ। ਜੋ ਤੁਧ ਸੇਵ ਹੈ ਸੇ ਤੁਧ ਹੀ ਜੇਹੇ, ਨਿਰਭਉ ਬਾਲ ਸਖਾਈ ਹੈ। ਇਹ ਪਰਮਾਤਮਾ ਜਿਹੜੇ ਤੈਨੂੰ ਸੇਵਦੇ ਨੇ, ਤੈਨੂੰ ਯਾਦ ਕਰਦੇ ਹਨ, ਉਹ ਕਿਹੋ ਜਿਹੇ ਹੁੰਦੇ ਨੇ? ਕਹਿੰਦੇ ਸੇ ਤੁਧ ਹੀ ਜਿਹੇ, ਉਹ ਤੁਧ ਹੀ ਜੇ ਤੇਰੇ ਜੈਸੇ ਹੀ ਬਣ ਜਾਂਦੇ ਨੇ। ਕਿਉਂਕਿ ਗੁਰਬਾਣੀ ਵਿੱਚ ਸਤਿਗੁਰੂ ਨੇ ਬਹੁਤ ਵਾਰੀ ਪ੍ਰਮਾਣ ਦਿੱਤੇ ਨੇ, ਜਦੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਪਿਆਰਾ ਪ੍ਰਮਾਤਮਾ ਜੈਸੇ ਹੁੰਦਾ ਹੈ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਇਸ ਤਰ੍ਹਾਂ ਉਹ ਜਿਹੜੇ ਪ੍ਰਭੂ ਦੇ ਪਿਆਰੇ ਨੇ, ਪ੍ਰਭੂ ਦੇ ਵਿੱਚ ਭੇਦ ਹੋ ਜਾਂਦੇ, ਪ੍ਰਭੂ ਦਾ ਹੀ ਰੂਪ ਬਣ ਜਾਂਦਾ ਹੈ ਨਾ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਹਰੀ ਤੇ ਹਰੀ ਦੇ ਜਨ ਵਿੱਚ ਕੋਈ ਭੇਦ ਨਹੀਂ ਹੈ। ਭਗਤ ਕਬੀਰ ਸਾਹਿਬਾਨ ਜੀ ਦੇ ਆਪਾਂ ਸ਼ਲੋਕ ਕਈ ਵਾਰੀ ਸ਼ਰਵਣ ਕੀਤੇ ਨੇ। ਜਿਹਦੇ ਭਗਤ ਕਬੀਰ ਸਾਹਿਬਾਨ ਜੀ ਨੂੰ ਸਵਾਲ ਕੀਤਾ ਗਿਆ ਕਿ ਹਰੀ ਦਾ ਜਨ ਕਿਹੋ ਜਿਹਾ? ਹਰੀ ਭਗਤ ਜੀ ਆਪਣੇ ਮਨ ਦੇ ਇਹਨਾਂ ਗੱਲਾਂ ਬਾਤਾਂ ਕਰਦੇ ਨੇ, ਮਨ ਦੇ ਫੁਰਨਿਆਂ ਰਾਹੀਂ ਫਿਰ ਗੁਰੂ ਸਾਹਿਬ ਆਪਣੇ ਮੁੱਖੋਂ ਅਲਫਾਜ਼ ਕੱਢਦੇ ਨੇ। ਕਿਸੇ ਨੇ ਪੁੱਛ ਲਿਆ ਕਿ ਭਗਤ ਜੀ ਹਰੀ ਦਾ ਜਨ ਕਿਹੋ ਜਿਹਾ? ਤੇ ਭਗਤ ਜੀ ਕਹਿਣ ਲੱਗੇ ਹਰੀ ਦਾ ਜਨ ਜਿਵੇਂ ਰੋੜਾ ਹੈ ਨਾ, ਰਾਹ ਦਾ ਰੋੜਾ, ਕਹਿੰਦੇ ਇਹੋ ਜਿਹਾ ਹਰੀ ਦਾ ਜਨ ਹੈ। ਭਗਤ ਜੀ ਕਹਿਣ ਲੱਗੇ ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਤੇਰਾ ਦਾਸ ਹੋਏ। ਕਹਿੰਦੇ ਜਿਸ ਤਰ੍ਹਾਂ ਰੋੜਾ ਹੈ, ਮਨ ਦਾ ਅਭਮਾਨ ਛੱਡ ਕੇ ਕਹਿੰਦੇ ਨੇ ਉਹ ਫਿਰ ਇਸ ਤਰ੍ਹਾਂ ਕਹਿੰਦੇ ਰਾਹ ਵਿੱਚ ਹੁੰਦਾ ਹੈ। ਫਿਰ ਕਹਿੰਦੇ ਜਿਸ ਤਰ੍ਹਾਂ ਰੋੜੇ ਦਾ ਜੀਵਨ ਹੈ, ਫਿਰ ਮਨ 'ਚ ਵਿਚਾਰ ਆਈ, ਸੁਰਤੀ ਹੋਰ ਅੱਗੇ ਗਈ ਹੈ ਕਿ ਰੋੜੇ ਵਿੱਚ ਵੀ ਔਗਣ ਨੇ। ਰੋੜਾ ਜਿਹੜਾ ਹੈ ਇਹ ਆਉਂਦੇ ਜਾਂਦੇ ਰਾਹੀਆਂ ਨੂੰ ਠੇਸ ਪੰਜਾਂ ਠੇਡਾ ਮਾਰਦਾ, ਠੋਕਰ ਮਾਰਦਾ ਹੈ। ਤੇ ਰੋੜੇ ਜੈਸਾ ਜੀਵਨ ਵਧੀਆ ਨਹੀਂ ਹੈ। ਹਰੀ ਦਾ ਜਨ ਦਾ ਜੀਵਨ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਫਿਰ ਕਿਹੋ ਜਿਹਾ ਹੋਣਾ ਚਾਹੀਦਾ? ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇਹ, ਐਸਾ ਤੇਰਾ ਦਾਸ ਹੋਏ, ਜਿਉ ਧਰਣੀ ਮਹਿ ਖੇਹ। ਕਹਿੰਦੇ ਤੇਰਾ ਦਾਸ, ਤੇਰਾ ਸੇਵਕ ਤਾਂ ਇਹੋ ਜਿਹਾ ਹੋਵੇ ਜਿਸ ਤਰ੍ਹਾਂ ਧਰਤੀ ਉੱਤੇ ਮਿੱਟੀ ਹੈ। ਮਿੱਟੀ ਜੈਸਾ ਜੀਵਨ ਹੋਣਾ ਚਾਹੀਦਾ। ਫਿਰ ਅੱਗੇ ਸੁਰਤੀ ਅੱਗੇ ਲੰਘੀ ਨਹੀਂ, ਮਿੱਟੀ ਵਿੱਚ ਔਗਣ ਨੇ, ਹਵਾ ਚੱਲਦੀ ਹੈ ਤੇ ਇਹ ਮਿੱਟੀ ਫਿਰ ਆਉਂਦੇ ਜਾਂਦੇ ਰਾਹੀਆਂ ਨੂੰ ਖੁਆਰ ਕਰਦੀ ਹੈ। ਇਹ ਮਿੱਟੀ ਘੱਟਾ ਵਸਤਰਾਂ ਉੱਤੇ ਪੈ, ਨੇਤਰਾਂ ਵਿੱਚ ਪੈ ਜਾਂਦਾ, ਜਿਸ ਕਰਕੇ ਇਹ ਠੀਕ ਨਹੀਂ ਹੈ। ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਐ, ਜਿਉ ਪਾਨੀ ਸਰਬੰਗ। ਕਹਿੰਦੇ ਕੀ ਹੋ ਗਿਆ ਜੇ ਮਿੱਟੀ ਜੈਸਾ ਜੀਵਨ ਹੈ? ਕਹਿੰਦੇ ਹਰੀ ਦਾ ਜਨ ਤਾਂ ਕਹਿੰਦੇ ਜਿਵੇਂ ਪਾਣੀ ਹੈ ਨਾ, ਪਾਣੀ ਜੈਸਾ ਹਰੀ ਦੇ ਜਨ ਦਾ ਜੀਵਨ ਹੋਣਾ ਚਾਹੀਦਾ। ਕਿ ਪਾਣੀ ਸਾਡੀਆਂ ਲੋੜਾਂ ਪੂਰੀਆਂ ਕਰਦਾ, ਪਾਣੀ ਨਾਲ ਸਾਡੀ ਪਿਆਸ ਬੁਝਦੀ ਹੈ, ਸਾਡੀ ਖੇਤੀ ਹੁੰਦੀ ਹੈ, ਸਾਡੇ ਘਰ ਦੇ ਕੰਮ ਪਾਣੀ ਤੋਂ ਬਿਨਾਂ ਅਧੂਰੇ ਨੇ। ਫਿਰ ਕਹਿਣ ਲੱਗੇ ਨਹੀਂ, ਪਾਣੀ ਵਿੱਚ ਵੀ ਔਗਣ ਹੈ। ਸੁਰਤੀ ਅੱਗੇ ਗਈ ਕਿ ਪਾਣੀ ਨੂੰ ਧੁੱਪੇ ਰੱਖ ਦਈਏ, ਇਹ ਗਰਮ ਹੋ ਜਾਂਦਾ, ਤੇ ਇਹ ਠੰਡੇ ਰੱਖੀਏ, ਛਾਵੇਂ ਰੱਖੀਏ, ਇਹ ਠੰਡਾ ਹੋ ਜਾਂਦਾ ਹੈ। ਹਰੀ ਦਾ ਜਨ ਤਾਂ ਇਹੋ ਜਿਹਾ ਨਹੀਂ ਹੈ। ਫਿਰ ਭਗਤ ਜੀ ਅਖੀਰ ਤੇ ਕਹਿਣ ਲੱਗੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ,
हर जन ऐसा चाहिए जैसा हर ही होए। कि जिहो जिहा हरि वाहिगुरु आप है ना, कहते पर हरि दा जन भी कहते इहो जिहा होना चाहिए। इस करके सतगुरु कहते जो तुद सेवे से तुद ही जिहे। ਜਿਹੜੇ ਤੈਨੂੰ ਸੇਵਦੇ ਨੇ ਪਰਮਾਤਮਾ ਉਹ ਤੇਰੇ ਜੈਸੇ ਨੇ, ਤੇਰਾ ਹੀ ਰੂਪ ਬਣ ਜਾਂਦੇ ਨੇ। ਕਿਉਂਕਿ ਨਿਰਭਉ ਭੈ ਤੋਂ ਰਹਿਤ ਹੋ ਜਾਂਦੇ ਨੇ। ਉਹ ਨਿਰਭਉ ਦੇ ਲੜ ਲੱਗਦੇ ਤੇ ਆਪ ਵੀ ਭੈ ਤੋਂ ਰਹਿਤ ਹੋ ਜਾਂਦੇ ਨੇ। ਤੇ ਪਰਮਾਤਮਾ ਤੂੰ ਹੀ ਉਹਨਾਂ ਦਾ ਬਾਲ ਹੈ, ਤੂੰ ਹੀ ਸਖਾਈ ਮਿੱਤਰ ਹੈ, ਸਖਾ ਮਿੱਤਰ ਸਭ ਕੁਝ ਤੂੰ ਹੀ ਹੈ। ਉਹ ਤੈਨੂੰ ਹੀ ਆਪਣਾ ਮਿੱਤਰ ਮੰਨਦੇ ਹਨ। ਆਪੇ ਸੁਰਗ ਮਛ ਪਿਆਲਾ, ਆਪੇ ਜੋਤ ਸਰੂਪੀ ਬਾਲਾ। ਹੁਣ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਇਹ ਲੋਕ ਮੰਨੇ ਗਏ ਨੇ, ਸੁਰਗ ਲੋਕ, ਸਵਰਗ, ਮਛ ਲੋਕ, ਪਿਆਲ, ਪਤਾਲ ਇਤਿਆਦਿਕ। ਜਿਹੜੇ ਇਹ ਸੰਸਾਰ ਹੈ, ਪਤਾਲ ਲੋਕ ਹੈ, ਸਵਰਗ ਲੋਕ ਹੈ। ਵੈਸੇ ਹਿੰਦੂ ਮਤ ਅਨੁਸਾਰ ਕਈ ਪੁਰੀਆਂ ਮੰਨੀਆਂ ਗਈਆਂ ਨੇ, ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ, ਇਹ ਸਾਰੀਆਂ ਪੁਰੀਆਂ ਦੇ ਨਾਮ ਨੇ। ਤੇ ਜਿੰਨੇ ਵੀ ਲੋਕ ਨੇ, ਕਹਿਣ ਦਾ ਭਾਵ ਹੈ ਕਹਿੰਦੇ ਉਹ ਵਾਹਿਗੁਰੂ ਦੇ ਬਣਾਏ ਹੋਏ ਨੇ ਸਾਰੇ। ਉਹ ਸਵਰਗ ਵੀ ਆਪ ਹੀ ਹੈ, ਉਹਦਾ ਬਣਾਇਆ, ਉੱਥੇ ਉਹਦਾ ਵਾਸਾ ਹੈ। ਜਿੱਥੇ ਪਤਾਲ ਹੈ, ਪਤਾਲ ਦੇ ਵਿੱਚ ਵੀ ਉਹ ਹੈ, ਸੰਸਾਰ ਦੇ ਵਿੱਚ ਵੀ ਉਹੀ ਹੈ। ਭਾਵ ਜਿੱਥੇ ਵੱਡੇ ਵੱਡੇ ਮੱਛ ਸਮੁੰਦਰ ਵਿੱਚ ਰਹਿਣ ਵਾਲੇ ਨੇ, ਉਸ ਥਾਂ 'ਤੇ ਵੀ ਉਹ ਪਰਮਾਤਮਾ ਪਈ ਹੈ। ਉਹਦੀ ਹੀ ਜੋਤ ਸਾਰਿਆਂ ਵਿੱਚ ਹੀ ਵਿਰਾਜਮਾਨ ਹੈ। ਕਦੇ ਉਹ ਜਿਹੜਾ ਪਰਮਾਤਮਾ ਵਾਹਿਗੁਰੂ ਹੀ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ, ਉਹ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਉਹਦੀਆਂ ਸਾਰੀਆਂ ਖੇਡਾਂ ਨੇ। ਆਪ ਹੀ ਸ੍ਰਿਸ਼ਟੀ ਰਚ ਕੇ ਤੇ ਗੁਰੂ ਸਵਾਰੇ ਇਸ ਸ੍ਰਿਸ਼ਟੀ ਦੇ ਵਿੱਚ ਆਪ ਅਭੇਦ ਹੋ ਗਿਆ, ਲੀਨ ਹੋ ਗਿਆ। ਕੱਲੇ ਕੱਲੇ ਨਹੀਂ ਕਿ ਮਨੁੱਖਾਂ ਵਿੱਚ ਹੈ, ਉਹ ਪਸ਼ੂ ਵਿੱਚ ਵੀ ਹੈ, ਉਹ ਪੰਛੀ ਵਿੱਚ ਵੀ ਹੈ, ਉਹ ਘੋੜੇ ਵਿੱਚ ਵੀ ਹੈ, ਹਾਥੀ ਵਿੱਚ ਵੀ ਹੈ, ਕੀੜੇ ਮਕੌੜੇ ਵਿੱਚ ਵੀ ਹੈ। ਜੋ ਆਪਾਂ ਦੇਖਦੇ ਹਾਂ ਵੱਡੇ ਵੱਡੇ ਦਰਖਤ ਨੇ, ਜੰਗਲ ਹੈ, ਬੀਆਬਾਨ ਜੰਗਲ ਹੈ, ਤੇ ਉੱਥੇ ਵੀ ਹੈ। ਇੱਕ ਹੈ ਪਰ ਹੈ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ। ਕਿਉਂਕਿ ਉਹ ਵੱਡੀ ਸ਼ਕਤੀ ਦਾ ਮਾਲਕ ਹੈ, ਉਹ ਵੱਡਾ ਰਾਜਾ ਹੈ। ਉਹਦਾ ਸਾਰੀਆਂ ਥਾਵਾਂ 'ਤੇ ਹੁਕਮ ਚੱਲਦਾ ਹੈ ਤੇ ਉਹਦੀ ਬਰੋਬਰਤਾ ਕੋਈ ਨਹੀਂ ਕਰ ਸਕਿਆ ਅੱਜ ਤੱਕ, ਨਾ ਹੁਣ ਕਰ ਸਕੇ, ਨਾ ਅੱਗੇ ਕਰ ਸਕੇਗਾ। ਇੰਨੀ ਤਾਕਤ ਦਾ ਮਾਲਕ ਹੈ। ਕਲਗੀਧਰ ਪਾਤਸ਼ਾਹ ਨੇ ਆਖ ਦਿੱਤਾ, ਕਹਿਣ ਲੱਗੇ ਪਰਮਾਤਮਾ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਦੋਹੇ। ਮੈਂ ਤੇਰੇ ਦਰ 'ਤੇ ਹਾਰ ਕੇ ਥੱਕ ਕੇ ਬੈਠ ਗਿਆ, ਤੇ ਕਿਰਪਾ ਕਰੋ ਆਪਣਾ ਦਾਸ ਸੇਵਕ ਜਾਣ ਕੇ ਮੇਰੇ ਉੱਤੇ ਕਿਰਪਾ ਕਰਨਾ ਕਰੋ। ਜੋਤ ਸਰੂਪੀ ਆਪ ਹੈ, ਬਾਲਾ ਉਹ ਬਾਲਕ ਵੀ ਆਪ ਹੈ। ਸਭ ਕੁਝ ਉਹ ਵਾਹਿਗੁਰੂ ਆਪ ਹੀ ਹੈ। ਜੋ ਕੁਝ ਦੇਖਦੇ ਹਾਂ ਉਹ ਵਾਹਿਗੁਰੂ ਦਾ ਹੀ ਰੂਪ ਹੈ। ਜਟਾ ਬਿਕਟ ਬਿਕਰਾਲ ਸਰੂਪੀ, ਰੂਪ ਨ ਰੇਖਿਆ ਕਾਈ ਹੈ। ਜਟਾ ਬਹੁਤ ਸਾਰੇ ਸੰਸਾਰ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਵੱਡੀਆਂ ਵੱਡੀਆਂ ਆਪਣੀ ਜਟਾਂ ਰੱਖੀਆਂ ਹੋਈਆਂ ਨੇ, ਵਿਕਰਾਲ ਰੂਪ ਧਾਰਨ ਕੀਤਾ ਹੋਇਆ। ਤੇ ਜੋ ਕੁਝ ਆਪਾਂ ਦੇਖਦੇ ਹਾਂ, ਜਟਾਂ ਵਾਲੇ ਕਿਸੇ ਨੇ ਸਰੀਰ ਉੱਤੇ ਭਸਮ ਵਾਲੀ ਹੋਈ ਹੈ, ਤੇ ਕਾਲੇ ਰੰਗ ਦੇ ਕੀ ਵਸਤਰ ਪਹਿਨਦੇ ਨੇ, ਇਤਿਆਦਿਕ ਆਪਣਾ ਡਰਾਵਣਾ ਸਰੂਪ ਬਣਾਉਣਾ ਕੀਤਾ ਹੈ। ਜਿਵੇਂ ਆਪਾਂ ਜਿਵੇਂ ਪਰਮਾਤਮਾ ਦੇ ਇਨਸਾਨ ਬਣਾਏ ਹੋਏ ਨੇ ਸਾਰੇ, ਰੰਗ ਰੂਪ ਸਾਰੇ ਪਰਮਾਤਮਾ, ਕੋਈ ਕਾਲਾ ਰੰਗ ਦਾ, ਕੋਈ ਗੋਰੇ ਰੰਗ ਦਾ ਹੈ। ਜਿਵੇਂ ਅਫਰੀਕਾ ਵਾਲੇ ਜਿਹੜੇ ਹਬਸ਼ੀ ਨੇ ਉਹ ਕਾਲੇ ਰੰਗ ਦੇ ਨੇ,
है तो सारे उस परमात्मा दे बनाए हुए ने, उन्हां दे विच भी परमात्मा ते साडे विच भी परमात्मा, हर एक मनुख दे विच वो वाहिगुरू है। जीव जंतु विच कहंदे ओ तू ही है परमात्मा, तेरे तो बिना दूजा कोई नहीं है। पर नाल पातशाह कहंदे रूप ना रेखिया काई है, कहंदे है सारियां थावां ते समाया होया, पर उहदा कोई रूप नहीं है, कोई रेख नहीं है, लकीर नहीं है। देखना नहीं कीता कि वो किस तरह का है, किहो जिहा रूप है, किहो जी दी रेखा है, कोई क्योंकि कोई चक्कर बनिया होवे, कोई चिन्ह होवे, कोई चिन्ह ही नहीं है। वो की है फिर? वो एक अखंड स्वरूप है, अखंड जोत है, जिहड़ी जोत जग रही है। बस वो मेरे अंदर भी है, तुहाडे अंदर भी है, हर एक दे अंदर जग रही है। वो बुझण वाली नहीं है। जिहड़ी जीव दी जोत है, साडी आत्मा, ये बुझ जाती है, एक इत्थों शरीर नूं छड्ड के दूजे थां ते चली जाती है। पर परमात्मा अमर है, वो नहीं खत्म होना। हालांकि आत्मा नहीं मरदी, ये सच है। शरीर साडे मरदे ने, आत्मा एक शरीर नूं छड्ड के दूजा शरीर धारण कर लैंदी है। शरीर मरदे ने, आत्मा अमर है। आत्मा अमर क्यों है? क्यों आत्मा परमात्मा दी अंश है। सारियां आत्मा दा मालक है परमात्मा, परम आत्मा। ते उहदा पर रूप नहीं। जिवें आपां आत्मा नूं देख नहीं सकते हैं, शरीर नूं आपां देख रहे हैं, साडी आत्मा साडे शरीर 'च बैठी हुई है, आपां अपने शरीर नूं देखते हैं। साडे शरीर दे नौह ने, हत्थ ने, उंगलां ने, शरीर का कल्ला कल्ला अंग देख रहे हैं, पैर देख रहे हैं, गोडे दे कल्ले कल्ले अंग नूं आपां देख रहे हैं। पर अपनी आत्मा नूं आपां नहीं देख रहे हैं, सानूं दिखाई नहीं दे रही। क्यों नहीं दिंदी दिखाई? क्यों आत्मा परमात्मा विचों आई है ते परमात्मा दे रूप है। जिवें अपनी आत्मा नहीं देखी जा सकती। देखो कोई मनुख चढ़ाई करदा, सामने परिवार के जीआं दे सामने अपने पंच भूतक शरीर नूं त्याग दिंदा, ते परिवार वाले रोंदे ने, करलाउंदे ने, ते रोंदे शरीर नूं रोंदे ने। गुरु सवारिया, आत्मा तो निकल के चली गई। सतगुरु कहंदे ने, कौन मूआ रे कौन मूआ, ब्रह्म ज्ञानी मिल करो विचारा, यह तो चलत पिया। कहते ब्रह्म ज्ञानियों नूं पुछ के देखो, जिहड़े ब्रह्म ज्ञानवान पुरश ने ना, जिहड़े एक मेक ने उस परिपूर्ण परमात्मा दे नाल, वो कहते ये तो चलत पिया, सफ़र पूरा हो गया, अपने थों टिकाणे ते ये पहुँच गया। जिवें आपां सफ़र करना होवे, आपां गड्डी राहीं, मोटरसाइकिल राहीं, जहाज़ राहीं आपां सफ़र करते हैं। साडा सफ़र पूरा होया, आपां गड्डी छड्ड दित्ती, मोटरसाइकिल खड़ा कर दिता, जहाज़ आपां उत्थे उतर गए एयरपोर्ट ते, आपां जहाज़ नूं छड्ड दित्ता। इसे तरह शरीर दे राहीं आपां सफ़र कर रहे हैं। सानूं एक मालक ने ये सफ़र गुरु सवारी एक साधन देना कीता है कि इहदे उत्ते विच सवार होके तां सफ़र करना है। जदों समा आउंदा, बुलावा आउंदा, ते आपां वो देखते हैं, कहंदे ने फलाणे नूं हार्ट अटैक हो गया जी, फलाणे दा एक्सीडेंट हो गया, फलाणे नूं आह रोग लग्या होया सी। ये कारण बनदा शरीर नूं छड्डण दा। ते आत्मा अमर है, ते आत्मा परमात्मा दी अंश है। जिवें आपां आत्मा नूं नहीं देख सकते हैं, ते परमात्मा नूं फिर किवें देख लवांगे? परमात्मा देखिया नहीं जा, परमात्मा नूं महसूस किया जा सकता। किवें महसूस? क्यों मनुख की अपनी अपनी बिरती है, मन की बिरती है। जिस तरह का अपना मन हो उस तरह का सानूं दिखाई देगा। कहते हैं जिवें एक काला तित्र बोल रहे आ, किसी ने पूछया एक पहलवान नूं, पहलवान नूं पूछया कि एक तित्र की कह रहा,
ਕਹਿਣ ਲੱਗਿਆ ਇਹ ਕਹਿੰਦਾ ਖਾ ਘਿਓ ਕਰ ਕਸਰਤ, ਕਿਉਂਕਿ ਉਹ ਕਸਰਤ ਕਰਦਾ ਸੀ, ਪਹਿਲਵਾਨ ਦਾ ਕੰਮ ਹੈ ਕਸਰਤ ਕਰਨੀ, ਘੋਲ ਕਰਨਾ। ਕਹਿੰਦਾ ਉਹ ਕਹਿੰਦਾ ਇਹ ਕਿ ਤਿੱਤਰ ਕਾਲਾ ਤਿੱਤਰ ਕਹਿ ਰਹੇ ਆ ਆਪਣੀ ਬੋਲੀ ਵਿੱਚ ਖਾ ਘਿਓ ਕਰ ਕਸਰਤ। ਇੱਕ ਵਪਾਰੀ ਨੂੰ ਪੁੱਛਿਆ, ਕਹਿਣ ਲੱਗਿਆ ਇਹ ਕੀ ਕਹਿ ਰਹੇ ਆ। ਵਪਾਰੀ ਦਾ ਕੰਮ ਕੀ ਸੀ? ਉਹ ਲੂਣ ਮਿਰਚਾਂ ਅਦਰਕ ਇਤਿਆਦਿਕ ਸਾਜੋ ਸਮਾਨ ਵੇਚ ਰਿਹਾ ਸੀ। ਤੇ ਕਹਿਣ ਲੱਗਿਆ ਇਹ ਕਹਿ ਰਿਹਾ ਹੈ ਕਾਲਾ ਤਿੱਤਰ ਆਪਣੀ ਬੋਲੀ ਵਿੱਚ ਕਿ ਲੂਣ ਮਿਰਚਾਂ ਅਦਰਕ। ਉਹ ਮਨੁੱਖ ਅੱਗੇ ਗਿਆ, ਅੱਗੇ ਇੱਕ ਰੱਬ ਦਾ ਪਿਆਰਾ ਫਕੀਰ ਬੈਠਾ, ਪਰਮਾਤਮਾ ਦੀ ਯਾਦ ਵਿੱਚ ਬੈਠਾ, ਜੁੜਿਆ ਹੋਇਆ। ਤੇ ਸਾਈਂ ਦੇ ਫਕੀਰ ਨੂੰ ਪੁੱਛਿਆ, ਕਹਿਣ ਲੱਗੇ ਹੇ ਫਕੀਰ ਸਾਈਂ ਇਹ ਕੀ ਆਖ ਰਿਹਾ? ਸਾਹਮਣੇ ਤਿੱਤਰ ਬੋਲ ਰਿਹਾ, ਕਾਲਾ ਤਿੱਤਰ ਆਪਣੇ ਮੁੱਖੋਂ ਕੀ ਆਖ ਰਿਹਾ? ਤੇ ਅੱਗੋਂ ਉਹ ਰੱਬ ਦਾ ਸਾਈਂ ਫਕੀਰ ਕਹਿਣ ਲੱਗਿਆ, ਇਹ ਕਹਿਣ ਲੱਗਿਆ ਕਿ ਇਹ ਕਹਿ ਰਿਹਾ ਹੈ, ਆਖ ਰਿਹਾ ਕਿ ਸਵਾਨ ਅੱਲਾ ਤੇਰੀ ਕੁਦਰਤ, ਤੇਰੀ ਕੁਦਰਤ ਬੜੀ ਸੋਹਣੀ ਹੈ। ਬਸ ਇਹ ਬਿਰਤੀ ਹੈ। ਹੁਣ ਹੈ ਉਹ ਵੀ ਮਨੁੱਖ ਹੈ, ਵਪਾਰੀ ਵੀ ਮਨੁੱਖ ਸੀ, ਪਹਿਲਵਾਨ ਵੀ ਮਨੁੱਖ ਹੈ, ਤੇ ਜਿਹੜਾ ਰੱਬ ਦਾ ਪਿਆਰਾ ਫਕੀਰ ਸੀ ਉਹ ਵੀ ਮਨੁੱਖ ਹੈ, ਪਰ ਬਿਰਤੀ ਵੱਖਰੀ ਵੱਖਰੀ ਹੈ। ਉਹ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਰਮਾਤਮਾ ਨੂੰ ਸਾਰੀਆਂ ਥਾਵਾਂ 'ਤੇ ਮਹਿਸੂਸ ਕਰਦੇ ਨੇ ਕਿ ਪਰਮਾਤਮਾ ਹੈ। ਨਾਸਤਿਕ ਮਨੁੱਖ ਆਖੇਗਾ ਪਰਮਾਤਮਾ ਨਹੀਂ ਹੈ। ਜਿਹੜਾ ਗੁਰਮੁਖ ਹੈ, ਗੁਰੂ ਸਵਾਰਿਓ, ਜਿਹਦੀ ਆਸਥਾ ਬਣੀ ਹੋਈ ਹੈ ਸਤਿਗੁਰਾਂ ਉੱਤੇ, ਸੰਗਤ ਉੱਤੇ, ਗੁਰੂ ਕੀ ਸੰਗਤ ਉੱਤੇ, ਉਹ ਆਖੇਗਾ ਨਹੀਂ ਰੱਬ ਹੈ, ਗੁਰੂ ਹੈ। ਪ੍ਰਹਿਲਾਦ ਨੇ ਆਖਿਆ ਸੀ ਪਿਤਾ ਜੀ ਪਰਮਾਤਮਾ ਹੈ, ਤੇ ਪਿਤਾ ਕਹਿੰਦਾ ਪਰਮਾਤਮਾ ਨਹੀਂ ਹੈ, ਕਹਿੰਦਾ ਮੈਂ ਹੀ ਪਰਮਾਤਮਾ ਹਾਂ। ਤੇ ਪਰਮਾਤਮਾ ਨੇ ਫਿਰ ਅਖੀਰ 'ਤੇ ਗੁਰੂ ਸਰਿਓ ਦਿਖਾ ਦਿੱਤਾ ਕਿ ਆਹ ਹੈ ਪਰਮਾਤਮਾ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਉਹ ਆਪੇ ਕਹਿੰਦੇ ਇਸ ਤਰ੍ਹਾਂ ਉਹ ਵਾਹਿਗੁਰੂ ਦੀਆਂ ਖੇਡਾਂ ਨੇ। ਜਟਾ ਵਿਕਟ ਵਿਕਰਾਲ ਰੂਪ ਵੀ ਭਿਆਨਕ ਰੂਪ ਵੀ ਉਹਨਾਂ ਮਾਲਕ ਨੇ ਆਪੇ ਧਾਰਨ ਕੀਤਾ, ਜਟਾਂ ਵਾਲਾ ਵੀ ਆਪ ਹੀ ਹੈ। ਕਹਿੰਦੇ ਪਰ ਗੱਲ ਇਹ ਹੈ ਰੂਪ ਨਾ ਰੇਖਿਆ ਕਾਈ ਹੈ। ਪਰਮਾਤਮਾ ਵਾਹਿਗੁਰੂ ਦਾ ਕੋਈ ਰੂਪ ਨਹੀਂ ਰੇਖਿਆ, ਨਾ ਕੋਈ ਰੂਪ ਹੈ ਨਾ ਰੇਖਾ ਹੈ, ਕਿਸੇ ਪ੍ਰਕਾਰ ਦੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਸ ਤਰ੍ਹਾਂ ਦਾ ਹੈ। ਵੇਦ ਕਤੇਬੀ ਭੇਦ ਨਾ ਜਾਤਾ, ਨਾ ਤਿਸ ਮਾਤ ਪਿਤਾ ਸੁਤ ਭਰਾਤਾ। ਚਾਰ ਵੇਦ ਮੰਨੇ ਗਏ ਨੇ ਹਿੰਦੂ ਮਤ ਅਨੁਸਾਰ, ਰਿਗ ਵੇਦ, ਜਜੁਰ ਵੇਦ, ਅਸ਼ਰ ਥਾਂ ਸ਼ਾਮ ਵੇਦ, ਅਜਰ ਵੇਦ। ਤੇ ਇਹ ਗੁਰੂ ਸਾਹਿਬ ਚਾਰ ਵੇਦ ਤੇ ਚਾਰ ਕਤੇਬ ਨੇ, ਜਿਹਨੂੰ ਸ਼ਾਹ ਮਤ ਦੇ ਗ੍ਰੰਥ ਆ ਕੇ ਮੁਸਲਮਾਨ ਵੀਰਾਂ ਦੇ ਗ੍ਰੰਥ। ਤੇ ਕਹਿੰਦੇ ਨੇ ਇਹਨਾਂ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਲਿਖੀ ਹੈ। ਇਹ ਸੱਚ ਹੈ, ਇਹਨਾਂ ਵਿੱਚ ਗੁਰੂ ਸਾਹਿਬ ਵਡਿਆਈ ਕੀਤੀ ਗਈ ਪਰਮਾਤਮਾ ਦੀ। ਪਰ ਕਹਿੰਦੇ ਜੇ ਸੋਚੇ ਨਾ ਕਿ ਇਹ ਵੇਦ ਕਤੇਬ ਉਸ ਵਾਹਿਗੁਰੂ ਦੇ ਭੇਦ ਨੂੰ ਜਾਣ ਲੈਣਗੇ, ਸਤਿਗੁਰ ਨਹੀਂ ਜਾਣ ਨਹੀਂ ਸਕਦੇ। ਉਸਤਤ ਕੀਤੀ ਗਈ ਹੈ ਪਰ ਉਸ ਵਾਹਿਗੁਰੂ ਦੇ ਬਾਬਤ ਜਾਣਿਆ ਨਹੀਂ ਜਾ ਸਕਦਾ। ਕਹਿੰਦੇ ਕਿਉਂਕਿ ਉਸ ਵਾਹਿਗੁਰੂ ਦਾ ਕੋਈ ਐਡਰੈਸ ਹੀ ਨਹੀਂ ਹੈ। ਸਾਨੂੰ ਇੱਕ ਦੂਜੇ ਜਾਣ ਪਹਿਚਾਣ ਆਪਣੇ ਐਡਰੈਸ ਤੋਂ ਹੁੰਦੀ ਹੈ ਕਿ ਫਲਾਣੇ ਦਾ ਘਰ ਫਲਾਣੀ ਥਾਂ 'ਤੇ ਹੈ, ਮਕਾਨ ਨੰਬਰ ਇੰਨਾ ਹੈ, ਆਹ ਗਲੀ ਜਾਂਦੀ ਆ, ਸੜਕ ਜਾਂਦੀ ਹੈ। ਅਤੇ ਇਸ ਤਰ੍ਹਾਂ ਸਾਨੂੰ ਇੱਕ ਦੂਜੇ ਦੇ ਪਤਾ ਲੱਗਦਾ ਬਾਇਓਡਾਟੇ ਰਾਹੀਂ। ਪਰ ਪਰਮਾਤਮਾ ਦਾ ਬਾਇਓਡਾਟਾ ਕੀ ਹੈ? ਕਿਉਂਕਿ ਉਹ ਵਾਹਿਗੁਰੂ ਤਾਂ ਨਾ ਤਾਂ ਉਹਦਾ ਕੋਈ ਮਾਂ ਹੈ, ਨਾ ਪਿਤਾ ਹੈ, ਨਾ ਉਹਦਾ ਪੁੱਤਰ ਹੈ, ਨਾ ਭਰਾ ਹੈ। ਆਪਾਂ ਕਿਵੇਂ ਸਮਝ ਲਵਾਂਗੇ ਪਰਮਾਤਮਾ ਵਾਹਿਗੁਰੂ ਤੈਨੂੰ ਕਿਵੇਂ ਜਾਣੀਏ? ਫਿਰ ਗੱਲ ਉੱਥੇ ਮੁੱਕਦੀ ਹੈ ਕਿ ਪਰਮਾਤਮਾ ਬਾਬਤ ਜਾਣਿਆ ਨਹੀਂ ਜਾ ਸਕਦਾ, ਉਹ ਵਾਹਿਗੁਰੂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਕਰਕੇ ਉਹ ਐਡਾ ਵੱਡਾ ਦਾਤਾ ਹੈ। ਸਗਲੇ ਸੈਲ ਉਪਾਏ ਸਮਾਏ,
अलख ना लखना जाई है। सगले सैल, सैल का अर्थ है बड़े बड़े पहाड़। संसार दे विच बड़े बड़े पहाड़ ने, उन्हां पहाड़ां विच सब तो वड्डा पहाड़ मन्निया गया सुमेर पर्वत। कहते जिन्ने भी ये पहाड़ देख रहे हैं, हे परमात्मा तेरे पैदा किए हुए ने, इन्हां नूं तू पैदा करदा, फिर समाए, इन्हां नूं खत्म करने वाला तू ही है। आपां देखते हैं कई बारी जो सरकारां सड़कां बनाउंदियां ने, बड़े बड़े पहाड़ां नूं वढ के परे सुੱਟ दिंदियां ने। जिवें आनंदपुर साहिब दा आपां 20 साल पहलां दी गल करिए, 20 साल पहलां आनंदपुर साहिब दे एक सिंगल रोड हुंदा सी। अज वड्डियां सड़कां बन, जिहड़े सड़कां उत्थे बणीਆਂ ने वो बड़े बड़े पहाड़ां नूं वढ के बनाना कीतियां ने। तो वो खपाण वाला भी आप है, तो पैदा करने वाला भी आप। बड़े बड़े पहाड़ ही मुक सकते हैं, कहते इस करके ਉਹਦੇ ਵਿੱਚ ही ਉਹਦੇ ਵਿੱਚੋਂ पैदा ਉਹਦੇ 'ਚ ਸਮਾ ਜਾਂਦੇ ਨੇ। तो परमात्मा अलख है जो लखिया नहीं जा सकता, लखना तो रहत। लख ना लखना जाई है, उन्होंने जानिया नहीं जा सकता है। कर कर थाकी मीत कनेरे, कोई न काटै अवगण मेरे। गुरु साहबान जी अगली पंक्ति च बख्शिश करते हैं कि कर कर थाकी, जीव इस्त्री कह रही है, हे परमात्मा मैं बड़े अपने मित्र बहुत सारे, घनेरे का अर्थ है बहुते, बहुत सारे मित्र बनाना कीते मैं अपने। एक दूजे उत्ते मैं भरोसा रखे कि मेरी ये मदद करेगा, मेरी ये मदद करेगा, मेरे औगणा नूं कट देवेगा। और इन्हां विचों कोई ना काटा अवगण मेरे, कोई मेरा मित्र अवगण नहीं कट सकिया। बड़े देवी देवतियां की पूजा की है, पीर पकंबरां नूं मनना कीता, बड़ियां शीरनियां चढ़ाइयां, रोड चढ़ाए ने बड़े बड़े पका के, ताकि मैनूं खुशी मिल जावे। पर कहते नहीं, कोई मित्र मेरा सहायता नहीं कर सकिया, तो इस तरह कोई मेरे औगणा नूं घट नहीं सकिया। तो मालक जी तू ही मेरा मित्र है। इस करके सच्चा मित्र कौन है साडा? परमात्मा। परमात्मा का नाम, जिहदे कोल नाम है तो गुरु सवारे उहदी इस लोक दे विच भी सहायता हुंदी है, तो परलोक दे विच भी सहायता हुंदी है। इस करके सतगुरु जी अगली पंक्ति बख्शिश कर रहे हैं, सुर नर नाथ साहिब सबना सिर, भाए मिलै पो जाई है। जिन्ने भी देवते हैं, मनुख हैं, नाथ हैं, सिद्ध पुरुष इत्यादक, इन्हां सारियां दे उत्ते एक साहिब है, एक मालक है वाहिगुरू। इन्हां विच शक्तियां ने बंदगी करके रिद्धियां सिद्धियां इन्हां कोल आईयां ने, वखरी गल है। रिद्धियां सिद्धियां दे मालक बने ने, पर असल शक्ति उस परमात्मा दे विच है, सारियां दे उपर वो मालक है। तो ऐसे मिल परमात्मा नूं कहते किवें प्राप्त किया जाता? जिहड़ा अंदर भै बनिया, भाए मिलै भो जाई है। भाए का अर्थ है प्रेम, भौ का अर्थ है डर। जिहड़ा अंदर खौफ बनिया होया, डर पैदा होया ना, तो सतगुरु कहते उस मालक नाल भाए प्रेम करके, प्रेम दे सहित उस मालक नाल मिलिया जा सकदा। ते भौ जाई है, अंदर मौत का भौ, जमा का भौ इत्यादक ये सारा खत्म हो जाएगा। भूले चूके मार्ग पावै, आप भुलाए तू है समझावै। हे वाहिगुरू तू भुलियां जिहड़े भुल चुक करते हैं उन्हां नूं मार्ग पाउण वाला है। भूले मार्ग जिन्हें बताया, ऐसा गुर बड़ भागी पाया। भुलिया नूं तू मार्ग पाउण वाला, आप भुलाए तू है समझावे। पर परमात्मा तेरियां खेडां आचार्य ने, तू आप ही भुलाउंदा है ते आप ही फिर समझाउण लग पैंदा है। ये गुरु विच ते परमात्मा च कोई फर्क नहीं है। कुराहे पिया नूं परमात्मा राह पा दिंदा
ਤੇ ਰਾਹ ਪਿਆ ਨੂੰ ਪਰਮਾਤਮਾ ਕੁਰਾਹੇ ਪਾ ਦਿੰਦਾ ਹੈ। ਖੇਡਾਂ ਪਰਮਾਤਮਾ ਦੀਆਂ ਨੇ, ਇਸ ਕਰਕੇ ਆਪ ਭੁਲਾਏ ਹੈ ਵਾਹਿਗੁਰੂ, ਤੂੰ ਆਪ ਹੀ ਭੁਲਾ ਰਿਹਾ, ਤੂੰ ਹੈ ਸਮਝਾਵੇ, ਫਿਰ ਤੂੰ ਹੀ ਸਮਝਾ ਰਿਹਾ ਹੈ। ਬਿਨ ਨਾਵੈ ਮੈਂ ਅਬਰ ਨ ਦੀਸੈ, ਨਾਵਹੁ ਗਤ ਮਿਤ ਪਾਈ ਹੇ ਵਾਹਿਗੁਰੂ, ਨਾਮ ਤੋਂ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਨਹੀਂ ਹੈ। ਤੇਰਾ ਨਾਮ ਹੀ ਮੇਰਾ ਸਹਾਰਾ ਹੈ, ਨਾਮ ਜਪ ਕੇ ਹੀ ਮੇਰਾ ਪਾਰ ਉਤਾਰਾ ਹੋਣਾ ਏ। ਇਸ ਕਰਕੇ ਮੇਰੇ ਮਾਲਕ ਜੀ, ਨਾਮ ਤੋਂ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਨਹੀਂ। ਨਾਵਹੁ ਗਤ ਮਿਤ ਪਾਈ ਹੈ, ਇਸ ਨਾਮ, ਇਹ ਨਾਮ ਜਪ ਕੇ ਹੀ ਗਤ ਜਿਹੜੀ ਮੁਕਤੀ ਹੈ, ਕਹਿੰਦੇ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ। ਜੀਵ ਮੌਤ ਦੇ ਡਰ ਤੋਂ ਰਹਿਤ, ਜੰਮਣ ਮਰਨ ਤੋਂ ਰਹਿਤ ਹੋ ਸਕਦਾ ਹੈ। ਨਾਮ ਵਿੱਚ ਹੀ ਇੰਨੀ ਤਾਕਤ ਹੈ ਕਿ ਨਾਮ ਜੀਵ ਨੂੰ ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 8 ਪਦਿਆਂ ਤੱਕ ਪਾਤਸ਼ਾਹ ਨੇ ਵਿਚਾਰ ਕਰਵਾਈ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿੱਚ